ਤੁਸੀਂ ਵੋਟਰ ਲਿਸਟ ਕਰਦੇ ਹੋ ਆਇਡੈਂਟੀਫਾਈ ਕਰਕੇ ਉਸ ਤੋਂ ਬਾਅਦ ਤੁਸੀਂ ਸਾਨੂੰ ਨੰਬਰ ਬੋਲਦੇ ਹੋ ਕਿਆ ਨੰਬਰ ਵੋਟ ਆ। ਅਸੀਂ ਜਦੋਂ ਤੱਕ ਉੱਥੇ ਪਹੁੰਚਦੇ ਵੋਟਰ ਤਾਂ ਵੋਟ ਪਾ ਕੇ ਚਲੇ ਵੀ ਜਾਂਦਾ ਹੈ ਨਾ, ਫਿਰ ਬਾਅਦ ਵਿੱਚ ਕਹਿੰਦੇ ਜੀ ਹੁਣ ਇਹ ਕੁਝ ਨਹੀਂ ਹੋ ਸਕਦਾ, ਵੋਟ ਪੈ ਗਈ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਬਿਲਕੁਲ ਜੀ ਬਿਲਕੁਲ, ਰਾਤੀ ਕੁਝ ਕੈਂਡੀਡੇਟ ਨੂੰ ਜਿਹੜੇ ਉਹਨਾਂ ਦੇ ਹੈਗੇ ਨੇ ਸਪੋਰਟਰ ਹੈਗੇ ਨੇ ਉਹ ਆ ਕੇ ਮਿਲ ਕੇ ਗਏ ਨੇ ਉਹਨਾਂ ਨੂੰ। ਮੇਰੇ ਅੰਦਰ ਬੈਠੀ ਦੀ ਇਹ ਨੌਲੇਜ ਵਿੱਚ ਗੱਲ ਆਈ ਹੈ ਕਿ ਉਹਨਾਂ ਨੂੰ ਮਿਲ ਕੇ ਗਏ ਨੇ, ਵਾਈਟਸ ਦੇ ਕੇ ਗਏ ਨੇ। ਸੋ ਆਈ ਐਮ ਸ਼ੋਰ ਕਿ ਉਹ ਮਿਲੇ ਹੋਏ ਸੀ ਉਹਨਾਂ ਦੇ ਨਾਲ। ਤੇ ਤੁਸੀਂ ਬੰਦੇ ਨੂੰ ਕਿਵੇਂ ਆਇਡੈਂਟੀਫਾਈ ਕੀਤਾ ਵੀ ਇਹ ਜਿਹੜਾ ਬੰਦਾ ਸੀ ਉਹ ਜਾਲੀ ਵੋਟਰ ਸੀ? ਸਰ ਗੀਤਾਂਜਲੀ 247 ਨੰਬਰ ਤੇ ਵੋਟਰ ਸੀਰੀਜ਼ ਸੀਗੀ ਉਹਨੂੰ ਮੈਂ ਪਰਸਨਲੀ ਜਾਣਦੀ ਹਾਂ, ਮੇਰੀ ਗਲੀ ਵਿੱਚ ਰਹਿੰਦੀ ਹੈ ਔਰ ਮੈਂ ਬਚਪਨ ਤੋਂ ਉਹਨੂੰ ਜਾਣਦੀ ਹਾਂ। तो मैं तो लेडी ਦੀ लैंग्वेज बॉडी लैंग्वेज देख के पहचान गई सी कि वो गीतांजलि नहीं है। मास्क पहने हुए आ, जे कोई ऑब्जेक्शन करता तो सीनियर बंदा कह रहा मैं नहीं भी नहीं ना किया कोई ना ये तो हुण वोट पै गई, किद्दां पै गई वोट? ਤੁਹਾਡੇ ਲਈ ਮਜ਼ਾਕ ਹੋ ਸਕਦਾ, ਸਾਡੀ ਤਾਂ ਇੱਜ਼ਤ ਦਾਅ ਤੇ ਲੱਗੀ ਹੋਈ ਆ, ਠੀਕ ਹੈ। ਉਹਦੇ ਦੇ ਇਸ ਗੱਲ ਦਾ ਪੁਲਿਸ ਜਿਹੜਾ ਪ੍ਰਸ਼ਾਸਨ ਹੈਗਾ ਉਹ ਗੱਲ ਨੂੰ ਨਿਤਾਰੇ, ਉਹਦੇ ਖਿਲਾਫ ਇਹ ਨਹੀਂ ਨਾ ਕਿ ਲਿਖਤੀ ਕਾਰਵਾਈ ਕਰਤੀ ਤੇ ਕਹਾਣੀ ਖਤਮ ਹੋ ਗਈ। ਤੇ ਅਸੀਂ ਉਸ ਚੀਜ਼ 'ਚ ਨਹੀਂ ਪੈਂਦੇ ਹੈਗੇ, ਪਰ ਜਿਹੜੀ ਚੀਜ਼ ਗਲਤ ਆ ਉਹ ਗਲਤ ਆ। ਇੱਥੇ ਲੋਕੀ ਸਹੀ ਨੂੰ ਸਹੀ ਕਹਿ ਲੈਂਦੇ ਆ ਪਰ ਗਲਤ ਨੂੰ ਗਲਤ ਨਹੀਂ ਕਹਿੰਦੇ। ਜਿਹੜੇ ਮੇਰੇ ਪੋਲਿੰਗ ਏਜੰਟ ਸੀਗੇ ਉਹਨਾਂ ਨੇ ਗਲਤ ਨੂੰ ਗਲਤ ਕਿਹਾ, ਤਾਂ ਸੋ ਤੁਸੀਂ ਦੇਖ ਹੀ ਰਹੇ ਸਾਰੀ ਕਾਰਵਾਈ ਜੋ ਹੋ ਰਹੀ ਹੈ। ਇੱਕ ਗਲਤ ਅੰਸ਼ ਮੂਹਰੇ ਆ ਸਕਦਾ ਹੈ ਜਿਹਦੇ ਨਾਲ ਕੀ ਫਿਰ ਆਪਾਂ ਪਹਿਲਾਂ ਪਿਛਲੇ 5 ਸਾਲ ਦੇਖਿਆ ਹੀ ਆ, ਵਿਨਾਸ਼ ਹੋਇਆ ਜਿਹੜਾ ਉਹ ਫਿਰ ਅਗਲੇ 5 ਸਾਲ ਵੀ ਚੱਲਦਾ ਰਹੂਗਾ। ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼। ਛਨਕਾਟਾ ਟੀਵੀ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ 14 ਫਰਵਰੀ ਜੋ ਕਿ ਅੱਜ ਐਤਵਾਰ ਦਾ ਦਿਨ ਸੀ, ਜਿਹਦੇ ਵਿੱਚ ਕਿ ਨੂਰ ਮਹਿਲ ਦੇ ਵਿੱਚ ਜਿਹੜਾ ਕਿ ਸ਼ਹਿਰੀ ਚੋਣਾਂ ਦਾ ਅੱਜ ਆਖਰੀ ਦਿਨ ਸੀਗਾ, ਜਿਹਦੇ ਵਿੱਚ ਵੋਟਾਂ ਪੈਣੀਆਂ ਸੀਗੀਆਂ। ਵੋਟਾਂ ਦੇ ਵਿੱਚ ਸਵੇਰ ਤੋਂ ਸ਼ਾਮ ਤੱਕ ਬਹੁਤ ਵਧੀਆ ਸੁਚਾਰੂ ਢੰਗ ਨਾਲ ਵੋਟਾਂ ਦਾ ਜਿਹੜਾ ਕੰਮ ਸੀ ਉਹ ਨੇਪਰੇ ਚੜ੍ਹਦਾ ਰਿਹਾ, ਪਰ ਆਖਿਰਕਾਰ ਕਿਤੇ ਨਾ ਕਿਤੇ ਅਨਹੋਣੀ ਘਟਨਾ ਦਾ ਜੋ ਡਰ ਸੀ ਉਹ ਬਿਲਕੁਲ ਹੋ ਰਿਹਾ, ਕਿਉਂਕਿ ਕਾਫੀ ਦਿਨਾਂ ਤੋਂ ਕੁਝ ਪੋਸਟਾਂ ਪੈਂਦੀਆਂ ਸੀਗੀਆਂ ਵੀ ਜਾਲੀ ਵੋਟਾਂ ਪੈਣ ਦਾ ਭੁਗਤਾਨ ਹੋ ਸਕਦਾ, ਜਾਲੀ ਵੋਟਾਂ ਦਾ ਭੁਗਤਾਨ ਹੋ ਸਕਦਾ। ਆਖਿਰਕਾਰ ਇਹ ਗੱਲ ਬਿਲਕੁਲ ਸੱਚ ਸਾਬਤ ਹੋਈ ਹੈ ਜੀ। ਤੇ ਵਾਰਡ ਨੰਬਰ 3 ਦੇ ਵਿੱਚ ਮੈਡਮ ਸੋਨੀਆ ਭੋਗਲ ਜੋ ਕਿ ਇੱਕ ਪੋਲਿੰਗ ਏਜੰਟ ਸੀਗੇ ਤੇ ਉਹਨਾਂ ਨੇ ਇੱਕ ਲੇਡੀਜ਼ ਨੂੰ ਜਾਲੀ ਵੋਟ ਪਾਉਂਦੇ ਫੜਿਆ ਜੀ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਅਸਲ ਪੂਰੇ ਦਾ ਪੂਰਾ ਮੈਟਰ ਕੀ ਸੀ। ਮੈਮ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਮ ਕੀ ਮੈਟਰ ਸੀਗਾ ਟੋਟਲੀ, ਜਿਹੜਾ ਇੱਕ ਫੇਕ ਵੋਟ ਵਾਲਾ ਸੀਗਾ, ਇੱਕ ਵੋਟ ਸੀ ਜਾਂ ਕਿੰਨੇ ਕੁ ਲੋਕ ਸੀਗੇ? ਸਰ ਮੈਂ ਜੇ ਸੀਰੀਅਸਲੀ ਤੁਹਾਨੂੰ ਮਤਲਬ ਫਰੈਂਕਲੀ ਦੱਸਾਂ ਤੇ ਵੋਟਾਂ ਬਹੁਤ ਸਾਰੀਆਂ ਫੇਕ ਪੈ ਗਈਆਂ ਨੇ ਅੱਜ। ਉਹਦੇ ਪਿੱਛੇ ਰੀਜ਼ਨ ਇਹ ਹੈ ਕਿ ਸਵੇਰ ਤੋਂ ਲੋਕੀ ਜਿਹੜੇ ਆ ਰਹੇ ਸੀਗੇ ਉਹ ਮਾਸਕ ਪਾ ਕੇ ਆ ਰਹੇ ਸੀ ਲਗਾਤਾਰ, ਔਰ ਜਿਹੜੇ ਪ੍ਰੋਵਾਈਡਰ ਸੀਗੇ ਜਿਹਨਾਂ ਦੀ ਅੰਦਰ ਡਿਊਟੀ ਸੀਗੀ ਉਹ ਬਹੁਤ ਜ਼ਿਆਦਾ ਜਲਦੀ ਮਚਾ ਰਹੇ ਸੀਗੇ। 911 ਤਾਂ ਵੋਟਾਂ ਸੀਗੀਆਂ, ਬਹੁਤ ਟਾਈਮ ਸੀਗਾ ਸਾਡੇ ਕੋਲ ਵੋਟਿੰਗ ਲਈ, ਹੈ ਨਾ। ਉਹ ਬਾਰ-ਬਾਰ ਕਹਿ ਰਹੇ ਸੀ ਕਿ ਤੁਸੀਂ ਛੇਤੀ ਕਰੋ, ਤੁਸੀਂ ਛੇਤੀ ਕਰੋ। ਹੋ ਸਕਦਾ ਉਹਦੇ ਵਿੱਚ ਹੋਰ ਵੀ ਬਹੁਤ ਸਾਰੀਆਂ ਜਾਲੀ ਵੋਟਾਂ ਗਈਆਂ ਹੁਣ। ਨਹੀਂ, ਜੇ ਉਹਨਾਂ ਨੇ ਮਾਸਕ ਪਾਏ ਹੋਏ ਸੀਗੇ, ਪਛਾਣ ਕਿਵੇਂ ਕਰਦੇ ਸੀਗੇ ਵੀ ਇਹ ਬੰਦਾ ਉਹੀ ਆ ਜਿਹੜਾ ਵੋਟਰ ਦਾ ਜਿਹੜਾ ਮੇਨ ਵੋਟਰ ਆ, ਇਹ ਉਹੀ ਬੰਦਾ? ਕਿਵੇਂ ਪਛਾਣ ਕਰਦੇ ਸੀ ਕਿ ਮਾਸਕ ਪਾ ਕੇ ਤਾਂ ਜਿਹੜਾ ਮਰਜ਼ੀ ਵੋਟ ਪਾ ਸਕਦਾ? ਹਾਂਜੀ, ਮੈਂ ਬਾਰ-ਬਾਰ ਉਹਨਾਂ ਨੂੰ ਕਹਿ ਰਹੀ ਸੀ ਕਿ ਤੁਸੀਂ ਮਾਸਕ ਉਤਾਰੋ, ਹੈ ਨਾ, ਮਾਸਕ ਉਤਾਰੋ, ਮਾਸਕ ਉਤਾਰੋ। ਚਲੋ ਦੇਖੋ ਜੀ, ਮੈਂ ਇੱਥੋਂ ਲੋਕਲ ਹਾਂ, ਬਿਲਕੁਲ ਉਸ ਵਾਰਡ 'ਚੋਂ ਜਿਹਦੀ ਵੋਟਿੰਗ ਹੋ ਰਹੀ ਸੀ। ਗੁਰਵਿੰਦਰ ਸੋਖਲ ਜੀ ਨੂੰ ਮੈਂ ਕਰ ਰਹੀ ਸੀ, ਏਜੰਟ ਸੀਗੀ ਮੈਂ ਉਹਨਾਂ ਦੀ, ਵੋਟਰ ਏਜੰਟ ਸੀਗੀ, ਹੈ ਨਾ। ਬਟ ਉਹ ਸੁਣ ਹੀ ਨਹੀਂ ਸੀ ਰਹੇ ਸਾਡੀ। ਮੈਂ ਵੀ ਓਬਜੈਕਸ਼ਨ ਕੀਤਾ, ਹੋਰ ਵੀ ਜਿਹੜੇ ਏਜੰਟ ਸੀਗੇ ਉਹਨਾਂ ਨੇ ਵੀ ਓਬਜੈਕਸ਼ਨ ਕੀਤਾ ਕਿ ਤੁਸੀਂ ਮਾਸਕ ਉਤਾਰ ਕੇ ਆਓ, ਜਦ ਕਿ ਉਹਨਾਂ ਨੇ ਬਾਹਰ ਲਿਖ ਕੇ ਲਾਤਾ ਕਿ ਮਾਸਕ ਪਾ ਕੇ ਅੰਦਰ ਆਓ। ਤੁਸੀਂ ਹੱਲੇ ਵੀ ਦੇਖ ਸਕਦੇ ਹੋ, ਸ਼ਾਇਦ ਦਰਵਾਜ਼ੇ 'ਤੇ ਲੱਗਾ ਹੋਊਗਾ ਕਿ ਮਾਸਕ ਪਾ ਕੇ ਅੰਦਰ ਆਓ। ਜਦੋਂ ਤੁਸੀਂ ਮਾਸਕ ਹੀ ਪਾ ਲਿਆ ਤੇ ਫਿਰ ਅਸੀਂ ਤੁਹਾਨੂੰ ਆਇਡੈਂਟੀਫਾਈ ਕਿੱਦਾਂ ਕਰਾਂਗੇ? ਵੋਟਿੰਗ ਸੁਪਰਵਾਈਜ਼ਰ ਸੀ, ਉਹਨਾਂ ਤੱਕ ਤੁਸੀਂ ਗੱਲ ਪਹੁੰਚਾਈ ਸੀ ਇਹ ਚੀਜ਼ ਦੀ? ਹਾਂਜੀ ਬਿਲਕੁਲ, ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਬਾਹਰ ਇੱਕ ਬੰਦਾ ਖੜਾ ਕਰੋ, ਉਹਨਾਂ ਨੂੰ ਕੋ ਮਾਸਕ ਲਾ ਕੇ ਅੰਦਰ ਸਾਡੇ ਕੋਲ ਆਣ। ਬਟ ਉਹ ਕਹਿ ਰਹੇ ਸੀ ਕਿ ਸਿੱਧੇ ਸਾਡੇ ਕੋਲ ਆਣ, ਵੋਟਰ ਸਿੱਧੇ ਸਾਡੇ ਕੋਲ ਆਣ, ਅਸੀਂ ਤੁਹਾਨੂੰ ਸੀਰੀਅਲ ਨੰਬਰ ਬੋਲਾਂਗੇ। ਦੈਨ ਜਦੋਂ ਤੱਕ ਉਹ ਚਲੀ ਗਈ ਅੱਗੇ, ਅਸੀਂ ਵੋਟਰ ਲਿਸਟ ਕੱਢਣੀ ਆ, ਤੁਸੀਂ ਵੋਟਰ ਲਿਸਟ ਕਰਦੇ ਹੋ ਆਇਡੈਂਟੀਫਾਈ ਕਰਕੇ, ਉਸ ਤੋਂ ਬਾਅਦ ਤੁਸੀਂ ਸਾਨੂੰ ਨੰਬਰ ਬੋਲਦੇ ਹੋ ਕਿਆ ਨੰਬਰ ਵੋਟ ਆ। ਅਸੀਂ ਜਦੋਂ ਤੱਕ ਉੱਥੇ ਪਹੁੰਚਦੇ ਵੋਟਰ ਤਾਂ ਵੋਟ ਪਾ ਕੇ ਚਲੇ ਵੀ ਜਾਂਦਾ ਹੈ ਨਾ, ਫਿਰ ਬਾਅਦ ਵਿੱਚ ਕਹਿੰਦੇ ਜੀ ਹੁਣ ਇਹ ਕੁਝ ਨਹੀਂ ਹੋ ਸਕਦਾ, ਵੋਟ ਪੈ ਗਈ ਹੁਣ ਅਸੀਂ ਕੁਝ ਨਹੀਂ ਕਰ ਸਕਦੇ। 2-3 ਵਾਰੀ ਮੈਂ ਵੀ ਕੀਤੀ ਓਬਜੈਕਸ਼ਨ, ਹੋਰ ਵੀ ਮੇਰੇ ਨਾਲ ਜਿਹੜੇ। ਇੱਕ ਗੱਲ ਦੱਸੋ ਵੀ ਇਹਨਾਂ ਨੂੰ ਕਾਹਲੀ ਕਾਹਦੀ ਸੀਗੀ? ਸਰਕਾਰੀ ਜੌਬ ਤੇ ਮੁਲਾਜ਼ਮ ਬੈਠੇ ਹੋਏ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ 5 ਵਜੇ ਤੱਕ ਦਾ ਸਮਾਂ ਮਿੱਥਿਆ ਜਾਂਦਾ ਵੀ ਹਾਂ ਵੀ ਵੋਟ ਕਦੋਂ ਪੈਣੀ ਹੈ, ਕਿੰਨੇ ਵਜੇ ਤੱਕ ਪੈਣੀ ਹੈ, ਫਿਰ ਵੀ ਕਾਹਲੀ ਕਰਦੇ ਸੀ। ਵਜ੍ਹਾ ਕੀ ਸੀ ਇਸ ਚੀਜ਼ ਦੇ ਪਿੱਛੇ? ਕਿ ਵਾਕਈ ਇਹਦੇ ਵਿੱਚ ਸੀਗਾ ਵੀ ਜਿਹੜੇ ਫੇਕ ਵੋਟਾਂ ਜ਼ਿਆਦਾ ਪੈ ਰਹੀਆਂ ਸੀ ਉਹਦੇ ਕਰਕੇ ਪ੍ਰੋਬਲਮ ਸੀ ਇਸ ਚੀਜ਼ ਦੀ? ਬਿਲਕੁਲ ਜੀ ਬਿਲਕੁਲ, ਰਾਤੀ ਕੁਝ ਕੈਂਡੀਡੇਟ ਨੂੰ ਜਿਹੜੇ ਉਹਨਾਂ ਦੇ ਹੈਗੇ ਨੇ ਸਪੋਰਟਰ ਹੈਗੇ ਨੇ ਉਹ ਆ ਕੇ ਮਿਲ ਕੇ ਗਏ ਨੇ ਉਹਨਾਂ ਨੂੰ। ਮੇਰੇ ਅੰਦਰ ਬੈਠੀ ਦੀ ਇਹ ਨੌਲੇਜ ਵਿੱਚ ਗੱਲ ਆਈ ਹੈ ਕਿ ਉਹਨਾਂ ਨੂੰ ਮਿਲ ਕੇ ਗਏ ਨੇ, ਵਾਈਟਸ ਦੇ ਕੇ ਗਏ ਨੇ। ਸੋ ਆਈ ਐਮ ਸ਼ੋਰ ਕਿ ਉਹ ਮਿਲੇ ਹੋਏ ਸੀ ਉਹਨਾਂ ਦੇ ਨਾਲ। ਤੇ ਤੁਸੀਂ ਬੰਦੇ ਨੂੰ ਕਿਵੇਂ ਆਇਡੈਂਟੀਫਾਈ ਕੀਤਾ ਵੀ ਇਹ ਜਿਹੜਾ ਬੰਦਾ ਸੀ ਉਹ ਜਾਲੀ ਵੋਟਰ ਸੀਗਾ? ਸਰ ਗੀਤਾਂਜਲੀ 247 ਨੰਬਰ ਤੇ ਵੋਟਰ ਸੀਰੀਜ਼ ਸੀਗੀ ਉਹਨੂੰ ਮੈਂ ਪਰਸਨਲੀ ਜਾਣਦੀ ਹਾਂ, ਮੇਰੀ ਗਲੀ ਵਿੱਚ ਰਹਿੰਦੀ ਹੈ ਔਰ ਮੈਂ ਬਚਪਨ ਤੋਂ ਉਹਨੂੰ ਜਾਣਦੀ ਹਾਂ। ਤਾਂ ਮੈਂ ਤਾਂ ਲੇਡੀ ਦੀ ਲੈਂਗੁਏਜ, ਬੋਡੀ ਲੈਂਗੁਏਜ ਦੇਖ ਕੇ ਪਹਿਚਾਨ ਗਈ ਸੀਗੀ ਕਿ ਉਹ ਗੀਤਾਂਜਲੀ ਨਹੀਂ ਹੈਗੀ। ਤੇ ਮੈਂ ਜਦੋਂ ਉਹਨਾਂ ਨੂੰ ਕਿਹਾ ਮਾਸਕ ਉਤਾਰੋ, ਉਹ ਪਹਿਲੇ ਕਹਿ ਰਹੀ ਸੀ ਕਿ ਨਹੀਂ
ਮੈਂ ਕਿਹਾ ਯੂ ਆਰ ਗੀਤਾਂਜਲੀ, ਸ਼ੀ ਸੈਡ ਯੈਸ। ਆਈ ਸੈਡ ਯੂ ਆਰ ਨਾਟ ਗੀਤਾਂਜਲੀ। ਮਾਸਕ ਰਿਮੂਵ ਕਰੋ, ਉਹਨੇ ਮਾਸਕ ਰਿਮੂਵ ਕੀਤਾ। ਦੈਨ ਮੈਂ ਉਹਨੂੰ ਪੁੱਛਿਆ ਕਿ ਤੂੰ ਗੀਤਾਂਜਲੀ ਨਹੀਂ ਹੈਗੀ? ਕਹਿੰਦੀ ਮੈਂ ਗੀਤਾਂਜਲੀ ਹਾਂ। ਮੈਂ ਕਿਹਾ ਮੈਂ ਗੀਤਾਂਜਲੀ ਨੂੰ ਪਰਸਨਲੀ ਜਾਣਦੀ ਹਾਂ, ਬਹੁਤ ਚੰਗੀ ਤਰ੍ਹਾਂ ਜਾਣਦੀ ਹਾਂ। ਤੇ ਬਸ ਫਿਰ ਹੁਣ ਉਸ ਤੋਂ ਬਾਅਦ ਦੇ ਵਿੱਚ ਹੁਣ ਕੀ ਪੁਲਿਸ ਨੇ ਕੀ ਕਾਰਵਾਈ ਕੀਤੀ ਹੈ ਉਸ ਚੀਜ਼ ਦੇ ਉੱਤੇ? ਸਰ ਪੁਲਿਸ ਨੇ ਅਰੈਸਟ ਕੀਤਾ ਉਸ ਫੇਕ ਲੇਡੀ ਨੂੰ ਜਿਹੜੀ ਗੀਤਾਂਜਲੀ ਦੀ ਵੋਟ ਪਾਉਣ ਆਈ ਸੀਗੀ 247। ਕੀ ਨਾਮ ਕੀ ਸੀ ਉਹਦਾ? ਉਹਦਾ ਨਾਮ ਹਰਪ੍ਰੀਤ। ਅੱਛਾ, ਹਰਪ੍ਰੀਤ ਨਾਮ। ਹਾਂਜੀ ਹਾਂਜੀ ਹਾਂਜੀ। ਮੈਂ ਪੁੱਛਿਆ ਉਹਨੂੰ, ਹਰਪ੍ਰੀਤ ਪੁੱਛਿਆ, ਉਹਦਾ ਨਾਮ ਲਿਆ, ਨੰਬਰ ਲਿਆ, ਫਾਦਰ ਦਾ ਨਾਮ ਲਿਆ ਵਾ। ਉਹ ਜਿਹਨਾਂ ਦਾ ਨਾਮ ਲੈ ਰਹੀ ਹੈ ਕਿ ਮੈਨੂੰ ਇਹਨਾਂ ਨੇ ਭੇਜਿਆ, ਉਹਨਾਂ ਦਾ ਵੀ ਮੈਨੂੰ ਪਤਾ ਹੈ ਕਿ ਕੌਣ ਨੇ ਉਹ। ਤੇ ਉਹਨਾਂ ਦੇ ਘਰ ਰੈਂਟ ਤੇ ਹੀ ਰਹਿ ਰਹੀ ਹੈ ਉਹ ਲੜਕੀ। ਉਹਨਾਂ ਦੇ ਘਰੇ ਰੈਂਟ? ਹਾਂਜੀ, ਰੈਂਟ ਤੇ ਹੀ ਰਹਿ ਰਹੀ ਹੈ। ਤੇ ਜਿਹੜਾ ਵੋਟਾਂ ਦਾ ਜਿਹੜਾ ਸਮਾਂ ਸੀਗਾ ਉਹ ਸਹੀ ਸਮੇਂ ਤੇ ਵੋਟਾਂ ਬੰਦ ਹੋਈਆਂ ਜਾਂ ਕਿਵੇਂ ਅੱਗੇ ਪਿੱਛੇ ਟਾਈਮ ਦਾ ਫਰਕ ਪਿਆ ਸੀ ਇਸ ਚੀਜ਼ ਨੂੰ? ਵੋਟਾਂ ਲਾਸਟ ਵੋਟ ਸੀਗੀ ਜੀ ਜਿਹੜੀ ਮੈਂ ਫੜ ਲਈ ਆ ਕਿ ਜੋ ਫੇਕ ਪੈ ਰਹੀ ਸੀਗੀ, ਲਾਸਟ ਵੋਟ ਸੀਗੀ। ਤੇ ਉਸ ਤੋਂ ਬਾਅਦ ਕਲੋਜ਼ਿੰਗ ਹੋਣੀ ਸੀਗੀ, ਮਤਲਬ 4 ਵਜੇ 10 ਮਿੰਟ ਰਹਿੰਦੇ ਸੀ, 4 ਵਜੇ ਕਲੋਜ਼ਿੰਗ ਹੋਣੀ ਸੀਗੀ। ਪਤਾ ਨਹੀਂ ਸ਼ਾਇਦ ਉਹ ਇਸੇ ਕਰਕੇ ਥੋੜਾ ਜਲਦੀ ਮਚਾ ਰਹੇ ਸੀਗੇ ਕਿ 4 ਵਜ ਗਏ ਨੇ ਤੇ ਅਸੀਂ ਬੰਦ ਕਰੀਏ, ਕਲੋਜ਼ ਕਰ ਦਈਏ ਛੇਤੀ, ਹੈ ਨਾ। ਬਟ ਉਹੀ ਕਿ ਹੁਣ ਅਸੀਂ ਇਸ ਉਲਝਣ ਵਿੱਚ ਆ ਗਏ। ਉਹਨਾਂ ਨੇ ਪਿੱਛੋਂ ਮਸ਼ੀਨਾਂ ਬੰਦ ਕੀਤੀਆਂ, ਲੌਕ ਕੀਤੀਆਂ, ਸਾਨੂੰ ਕੁਝ ਦੱਸਿਆ ਨਹੀਂ। ਅਸੀਂ ਕੋਲ ਨਹੀਂ ਸੀ ਉਸ ਟਾਈਮ ਜਦੋਂ ਉਹਨਾਂ ਨੇ ਮਸ਼ੀਨ ਸ਼ਟ ਕਰਕੇ ਲੌਕ ਕਰ ਦਿੱਤੀ। ਤੁਹਾਡੇ ਸਾਹਮਣੇ ਕਿੰਨਾ ਕੁ ਲੱਗਦਾ ਜਿਹੜੀ ਵੋਟ ਹੈਗੀ ਆ ਜਾਲੀ ਪਈ ਆ ਜੀ? 50%। ਮਤਲਬ ਤੁਸੀਂ ਕਹਿੰਦੇ ਹੋ ਜਿਹੜੇ 50% ਵੋਟ ਜਿਹੜੀ ਹੈਗੀ ਆ ਉਹ ਜਾਲੀ ਪਈ ਹੋਈ ਆ? ਹਾਂਜੀ ਬਿਲਕੁਲ। ਵੀ ਪੱਕੀ ਗੱਲ ਆ ਵੀ ਇਹ ਗੱਲ ਨੂੰ ਕਾਫੀ ਵੱਡਾ ਇਸ਼ੂ ਬਣ ਸਕਦਾ ਵੀ ਹਾਂ ਵੀ ਜਾਲੀ ਵੋਟਾਂ ਪੈਣ ਦਾ, ਹੈ ਨਾ? ਬਿਲਕੁਲ ਜੀ, ਮੈਂ ਸ਼ੋਰਟੀ ਨਾਲ ਕਹਿ ਸਕਦੀ ਹਾਂ ਕਿ 50% ਵੋਟਿੰਗ ਜਿਹੜੀ ਆ ਉਹ ਫੇਕ ਹੋਈ ਆ। ਅੱਛਾ, 50% ਕਿਉਂਕਿ ਹਾਂ ਮੈਂ ਵੋਟਰ ਆਈਡੀਜ਼ ਵੀ ਮੈਂ ਕਿਸੇ ਦੀ ਦੇਖੀ ਆ। ਹੁਣ ਅਸੀਂ ਜਦੋਂ ਵੋਟਰ ਲਿਸਟ ਤੋਂ ਦੇਖ ਰਹੇ ਸੀਗੇ, ਉਹਦੀ ਉਮਰ 34 ਸਾਲ ਦੀ ਲਿਖੀ, ਜਿਹੜਾ ਕੁੜੀ ਆਂਦੀ ਸੀ ਉਹ ਮਸੀ ਹੁੰਦੀ ਸੀ 20 ਸਾਲ ਦੀ। ਅੱਛਾ, ਤੇ ਤੁਸੀਂ ਜਦੋਂ ਲਾਸਟ ਬੰਦਾ ਜਦੋਂ ਤੁਸੀਂ ਆਇਡੈਂਟੀਫਾਈ ਕੀਤਾ ਉਸ ਤੋਂ ਪਹਿਲਾਂ ਨਹੀਂ ਤੁਸੀਂ ਦੱਸਿਆ ਵੀ ਆ ਵੀ ਬੰਦੇ ਫੇਕ ਨੇ, ਆ ਵੀ ਬੰਦੇ ਫੇਕ ਨੇ? ਤੁਸੀਂ ਉਸ ਟਾਈਮ ਨਹੀਂ ਤੁਸੀਂ ਉਸ ਚੀਜ਼ ਨੂੰ ਗੌਰ ਕੀਤਾ? ਮੈਂ ਤੁਹਾਨੂੰ ਉਹੀ ਕਹਿ ਰਹੀ ਨਾ, ਇੱਕ ਸੀਨੀਅਰ ਬੈਠੇ ਹੋਏ ਸੀਗੇ ਜਿਹੜੇ ਪੋਲਿੰਗ ਏਜੰਟ ਸੀਗੇ, ਉਹ ਬਾਰ-ਬਾਰ ਕਹਿ ਰਹੇ ਸੀਗੇ ਕੋਈ ਗੱਲ ਨਹੀਂ, ਵੋਟ ਹੋ ਗਈ ਆ ਹੁਣ ਤੁਸੀਂ ਰਹਿਣ ਦਿਓ, ਵੋਟ ਹੋ ਗਈ ਆ ਹੁਣ ਤੁਸੀਂ ਰਹਿਣ ਦਿਓ। ਥੋੜਾ ਜਿਹਾ ਇਹ ਹੋ ਜਾਂਦਾ ਕਿ ਸੀਨੀਅਰ ਬੰਦਾ ਕੋਲ ਬੈਠਾ ਸੀ, ਉਹਨਾਂ ਦੇ ਮੂਹਰੇ ਆਬਜੈਕਸ਼ਨ ਨਹੀਂ ਕਰ ਸਕਦੇ। ਉਹਨਾਂ ਦਾ ਬੈਠਣ ਦਾ ਰੀਜ਼ਨ ਇਹ ਸੀਗਾ ਕਿ ਮੈਂ ਸਾਰਿਆਂ ਨੂੰ ਦਬਾ ਕੇ ਰੱਖੂੰਗਾ। ਬਿਕੋਜ਼ ਸਾਰੇ ਜਿੰਨੇ ਵੀ ਅਸੀਂ ਬੈਠੇ ਸੀ, 3 ਜਣੇ ਅਸੀਂ ਯੰਗ ਏਜ ਸੀਗੇ, ਉਹ ਸਾਡੇ ਨਾਲ ਸੀਨੀਅਰ ਸੀਗੇ। ਉਹ ਬਾਰ-ਬਾਰ ਸਾਨੂੰ ਇਹ ਕਹਿ ਰਹੇ ਸੀ ਕੋਈ ਗੱਲ ਨਹੀਂ ਰਹਿਣ ਦਿਓ, ਵੋਟ ਹੋ ਗਈ ਆ ਹੁਣ ਨਹੀਂ ਆਪਾਂ ਕੁਝ ਕਰ ਸਕਦੇ। ਮੈਂ ਫਸਟ ਟਾਈਮ ਹੀ ਵੈਸੇ ਕਰ ਰਹੀ ਹਾਂ ਪੋਲਿੰਗ ਏਜੰਟ ਦੀ ਡਿਊਟੀ, ਫਸਟ ਟਾਈਮ ਹੀ ਸੀਗੀ ਮੇਰੀ। ਤੇ ਸ਼ਾਇਦ ਇਸ ਕਰਕੇ ਮੈਨੂੰ ਦਬਾਇਆ ਜਾ ਰਿਹਾ ਸੀਗਾ ਕਿ ਤੁਸੀਂ ਨਾ ਕਰੋ। ਮਤਲਬ ਇਹਦਾ ਮਤਲਬ ਇਹ ਗੱਲ ਹੋ ਗਈ ਆ ਵੀ ਜੇ ਕੋਈ ਬੰਦਾ ਪੋਲਿੰਗ ਏਜੰਟ ਦੇ ਤੌਰ ਤੇ ਨਵੇਂ ਤੌਰ ਤੇ ਬੈਠਾ ਸੀ, ਕੋਈ ਯੰਗ ਬੈਠਾ ਸੀ, ਮਤਲਬ ਉਹਨੂੰ ਦਬਾਇਆ ਜਾ ਰਿਹਾ ਸੀਗਾ। ਜੇ ਇੱਕ ਵੋਟ ਗਲਤ ਪੈਂਦੀ ਆ ਤਾਂ ਤੁਸੀਂ ਉਹਨੂੰ ਉਸ ਤੋਂ ਦੁਬਾਰਾ ਦੂਜੀ ਵੋਟ ਨੂੰ ਰੋਕਣ ਦੀ ਬਜਾਏ ਇਹ ਕਹਿ ਰਹੇ ਹੋ ਵੀ ਹਾਂ ਜੀ ਕੋਈ ਗੱਲ ਨਹੀਂ ਬੇਟਾ, ਇੱਕ ਵੋਟ ਹੋ ਗਈ, ਅਗਲੇ ਦੁਬਾਰਾ ਨੂੰ ਦੇਖ ਲਾਂਗੇ, ਤੀਜੀ ਨੂੰ ਦੇਖ ਲਾਂਗੇ, ਚੌਥੀ ਨੂੰ ਦੇਖ ਲਾਂਗੇ, ਉਹਦੇ ਬੱਟੇ ਕਿੰਨਾ ਕੁਝ ਹੋ ਜਾਂਦਾ। ਇੱਕ ਵੋਟ ਬਹੁਤ ਕੀਮਤੀ ਆ। ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੋਟ ਦੇ ਨਾਲ ਇੱਕ ਬੰਦੇ ਦੀ, ਹਰੇਕ ਬੰਦੇ ਦੀ ਕਿਸਮਤ ਬਦਲੀ ਜਾ ਸਕਦੀ ਆ। ਇਹੀ ਵੋਟ ਕਿਤੇ ਐਮਐਲਏ ਦੀ ਹੁੰਦੀ ਤਾਂ ਮੈਨੂੰ ਲੱਗਦਾ ਇੱਥੇ ਵੱਢ ਵਢਾਂਗੇ ਹੋਣ ਵਾਲੇ ਨੌਬਤਾਂ ਆਉਣੀਆਂ ਪੱਕੀਆਂ ਸੀ। ਤੇ ਇਹੀ ਗੱਲ ਆਪਾਂ ਅਸ਼ੋਕ ਸੰਧੂ ਸਾਹਿਬ ਨਾਲ ਕਰਦੇ ਹਾਂ। ਸੰਧੂ ਸਾਹਿਬ, ਜਿਹੜੇ ਇੱਥੇ ਤੁਹਾਡੇ ਜਿਹੜੇ ਵੋਟਾਂ ਭੁਗਤਾਉਣ ਆਏ ਸੀਗੇ ਬੰਦੇ, ਉਹਨਾਂ ਨੂੰ ਕਾਹਦੀ ਕਾਹਲੀ ਸੀਗੀ ਵੀ ਕੀ ਗੱਲ ਉਹ ਘਰਾਂ 'ਚ ਕੰਮ ਖੁਦ ਹੀ ਕਰਦੇ ਨੇ, ਜਿਹੜਾ ਵੀ ਘਰ ਰੋਟੀ ਪਾਣੀ ਪਕਾਉਣਾ ਹੁੰਦਾ, ਜਾ ਕੇ ਵੋਟਾਂ ਵੀ ਭੁਗਤਾਉਣੀਆਂ, ਜਾ ਕੇ ਘਰ ਕੰਮ ਵੀ ਕਰਨੇ, ਕਿ ਚੱਕਰ ਕੀ ਤਨਖਾਹਾਂ ਨਹੀਂ ਮਿਲਦੀਆਂ ਸਰਕਾਰ ਤੋਂ ਇਹਨਾਂ ਨੂੰ? ਜੀ ਸਰ, ਗੱਲ ਇਹ ਨਾ ਵੀ ਜਦੋਂ ਜਿਹੜੀ ਨਾ ਬੰਦੇ ਦੀ ਮਨਸ਼ਾ ਹੁੰਦੀ ਆ ਉਹ ਥੋੜਾ ਬਹੁਤ ਦਿਸਣਾ ਸ਼ੁਰੂ ਹੋ ਜਾਂਦਾ। ਸਾਨੂੰ ਇਹ ਲੱਗਦਾ ਪਿਆ ਸੀਗਾ ਵੀ ਅੱਜ ਕੁਝ ਨਾ ਕੁਝ ਹੋਣ ਵਾਲਾ। ਇਹ ਵੀ ਗੱਲ ਬਹੁਤ ਦੂਰ ਦੀ ਗੱਲ ਹੈਗੀ ਆ, ਕਿਉਂਕਿ 2-3 ਦਿਨ ਪਹਿਲਾਂ ਇੱਕ ਉਮੀਦਵਾਰ ਨੇ ਇਸ ਗੱਲ ਦਾ ਖਾਦਸਾ ਕੀਤਾ ਸੀਗਾ ਵੀ ਜਾਲੀ ਵੋਟਾਂ ਪੈਣਗੀਆਂ, ਔਰ ਪ੍ਰਸ਼ਾਸਨ ਨੂੰ ਲਿਖਤੀ ਤੌਰ ਤੇ ਉਹਨਾਂ ਨੇ ਇਹ ਲਿਖਿਆ ਵੀ ਇਸ ਗੱਲ ਦੇ ਉੱਪਰ ਤੁਸੀਂ ਪਹਿਰਾ ਦਿਓ, ਕਾਰਵਾਈ ਕੀਤੀ ਜਾਵੇ। ਪਰ ਜਿਹੜਾ ਇੱਕ ਮਾਸਕ ਹੈਗੇ ਆ ਜੀ, ਸਾਨੂੰ ਸਮਝ ਨਹੀਂ ਆਈ ਵੀ ਨਾ ਕਿ ਅਚਾਨਕ ਜਿਹੜੀ ਮਾਸਕ ਦੀ ਪ੍ਰਕਿਰਿਆ ਹੈਗੀ ਆ ਉਹ ਸ਼ੁਰੂ ਕਿਉਂ ਕਰ ਦਿੱਤੀ ਗਈ। ਜਿਉਂ ਸਵੇਰਾ ਸ਼ੁਰੂ ਹੋਇਆ ਤੇ ਮਾਸਕ ਜਿਹੜੇ ਦੁਬਾਰਾ ਸਾਹਮਣੇ ਆਉਣੇ ਸ਼ੁਰੂ ਹੋ ਗਏ, ਜਦ ਕਿ ਆਮ ਜਦੋਂ ਆਪਾਂ ਨਿਗਾਹ ਮਾਰਦੇ ਆ, ਤੁਸੀਂ ਨਿੱਤ ਦੀਆਂ ਅਖਬਾਰਾਂ ਤੋਂ ਅੰਦਾਜ਼ਾ ਲਾ ਲਓ ਵੀ ਜਿੱਥੇ ਵੀ ਤੁਸੀਂ ਦੇਖੋਗੇ ਸਾਰੇ ਨਾ ਕੀ ਆ ਬਿਨਾਂ ਮਾਸਕ ਤੋਂ ਹੁੰਦੇ ਆ। ਮੈਂ ਇਹ ਨਹੀਂ ਕਹਿੰਦਾ ਕਿ ਮਾਸਕ ਨਹੀਂ ਪਹਿਨਣਾ ਚਾਹੀਦਾ, ਵੀ ਲਗਭਗ ਆਪਾਂ ਜਿੰਨੇ ਕੁ ਲੋਕ ਖੜੇ ਆ ਕਿਸੇ ਦੇ ਮੂੰਹ ਤੇ ਮਾਸਕ ਨਹੀਂ ਲੱਗਾ ਹੋਇਆ, ਕਿਸੇ ਨੂੰ ਮਾਸਕ ਨਹੀਂ ਲੱਗਾ ਹੋਇਆ। ਇਹ ਮਤਲਬ ਜਿਹੜੀ ਮਾਸਕ ਦੀ ਪ੍ਰਕਿਰਿਆ ਹੁਣ ਖਤਮ ਹੋ ਚੁੱਕੀ ਹੈ ਲਗਭਗ। ਚਲੋ ਮਾਸਕ ਲੈਣਾ ਬਹੁਤ ਜ਼ਰੂਰੀ ਆ, ਇਹ ਚੰਗੀ ਗੱਲ ਆ, ਪਰ ਗੱਲ ਇਹ ਬਹੁਤ ਸਾਰੀਆਂ ਖਾਮੀਆਂ ਆ ਰਹੀਆਂ। ਸਭ ਤੋਂ ਵੱਡੀ ਖਾਮੀ ਤਾਂ ਇਹ ਰਹੀ ਆ ਵੀ ਜਦੋਂ ਜਾਲੀ ਵੋਟ ਪਾਉਂਦੀ ਇੱਕ ਔਰਤ, ਗੁਰਵਿੰਦਰ ਸੋਖਲ ਦੀ ਜਿਹੜੀ ਪੋਲਿੰਗ ਏਜੰਟ ਸੀ, ਉਹਨੇ ਪਕੜ ਲਈ। ਉਹ ਤੋਂ ਬਾਅਦ ਸਾਰਿਆਂ ਨੂੰ ਪ੍ਰਸ਼ਾਸਨ ਨੇ, ਜਿੰਨੇ ਵੀ ਅੰਦਰ ਅਮਲਾ ਬੈਠਾ ਸੀਗਾ, ਉਹਨੂੰ ਬਾਹਰ ਕੱਢ ਦਿੱਤਾ ਵੀ ਤੁਸੀਂ ਬਾਹਰ ਜਾਵੋ। ਜੇ ਬਾਹਰ ਸਾਰੇ ਬੰਦੇ ਚਲੇ ਗਏ ਤਾਂ ਮਸ਼ੀਨਾਂ ਅੰਦਰ ਇਕੱਲੀਆਂ ਰਹਿ ਗਈਆਂ। ਠੀਕ ਆ, ਤੇ ਇਹ ਗੱਲ ਕਿਸ ਤਰ੍ਹਾਂ ਨਾ ਕੀ ਆ ਤੁਸੀਂ ਕਹਿ ਸਕਦੇ ਆ ਜ਼ੋਰ ਪਾ ਕੇ ਵੀ ਅੰਦਰ ਕੋਈ ਘਪਲੇਬਾਜ਼ੀ ਨਹੀਂ ਹੋਏਗੀ। ਜੇ ਆ ਤੁਸੀਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਮਸ਼ੀਨਾਂ ਦੀ ਰਾਖੀ ਸਾਨੂੰ ਬਿਠਾਇਆ ਹੋਇਆ, ਤੇ ਜਦੋਂ ਚਲੋ ਮੰਨ ਲਓ ਇੱਕ ਗੱਲ ਹੋ ਗਈ ਤਾਂ ਤੁਸੀਂ ਸਾਰੇ ਬੰਦੇ ਨੂੰ ਬਾਹਰ ਕਿਉਂ ਕੱਢ ਦਿੱਤਾ ਗਿਆ? ਤੁਸੀਂ ਜਿਹੜੇ ਸਾਰੇ ਪੋਲਿੰਗ ਏਜੰਟ ਹੈਗੇ ਉਹਨਾਂ ਕੋਲ ਭਾਈ ਹੁਣ ਤੁਸੀਂ ਸਾਡੇ ਕੋਲ ਆਵੋ, ਜਾਂ ਤੁਸੀਂ ਇਹਨੂੰ ਕਲੋਜ਼ ਕਰ ਦਿਓ।
ਤੁਸੀਂ ਇੱਥੇ ਅਸੀਂ ਆਪਣੇ ਮੌਜੂਦ ਸੀਗੇ ਜਦੋਂ ਪਤਾ ਕਿਸੇ ਜਾਲੀ ਵੋਟ ਪਈ ਆ, ਸਾਰੇ ਅਸੀਂ ਇੱਥੇ ਆ ਗਏ। ਉਹਨਾਂ ਨੇ ਪ੍ਰਸ਼ਾਸਨ ਨੇ ਆਪਣੇ ਫਟਾਫਟ ਮਸ਼ੀਨਾਂ ਜੀਆਂ ਬੰਦ ਕੀਤੀਆਂ, ਉਹ ਕਰਕੇ ਨਗਿਆ ਬਿਨਾਂ ਕਿ ਦੱਸੇ ਕਿੱਥੇ ਜਾ ਰਹੇ ਕਿੱਥੇ ਨਹੀਂ ਜਾ ਰਹੇ, ਉਹ ਚਲੇ ਗਏ। ਅੱਛਾ, ਫਾਈਨਲੀ ਨੂਰਮਹਿਲ ਦੇ ਵਿੱਚ ਕੁਝ ਲੋਕ ਤੁਹਾਡੇ ਕੋਲੇ ਵੀ ਆ ਕੇ ਛੱਡੋ ਜੀ, ਬੱਚੀ ਆ ਜੀ, ਬੱਚਾ ਆ, ਉਹਨੂੰ ਕੀ ਆਪਾਂ ਕਰਾਉਣਾ, ਉਹਨੂੰ ਕੀ ਕਹਿਣਾ ਕੀ ਨਹੀਂ ਕਹਿਣਾ। ਲੱਗਦਾ ਵੀ ਇਸ ਟਾਈਮ ਉਹਨੇ ਕਾਫੀ ਵੱਡਾ ਕ੍ਰਾਈਮ ਕੀਤਾ ਹੋਇਆ ਹੈ, ਉਸ ਚੀਜ਼ ਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਤੇ ਤੁਸੀਂ ਕੀ ਚਾਹੁੰਦੇ ਹੋ, ਉਹਨਾਂ ਨੂੰ ਕੀ ਕਾਰਵਾਈ ਹੋਣੀ ਚਾਹੀਦੀ ਹੈ? ਸਰ ਵਾਰਨਿੰਗ ਦੇ ਕੇ ਛੱਡੋਗੇ? ਸਾਰੇ ਕੋਈ ਮਜ਼ਾਕ ਥੋੜੀ ਹੈਗਾ ਜੀ, ਸਾਡੀ ਇੱਜ਼ਤ ਦਾਅ ਤੇ ਲੱਗੀ ਹੋਈ ਆ। ਠੀਕ ਹੈ ਜੀ, ਅਸੀਂ ਖੜੇ ਆ, ਮੇਰਾ ਖੁਦ ਦਾ ਜਵਾਈ ਲੱਗਦਾ ਬੰਦਾ, ਜਿਹੜਾ ਬੇਟਾ ਖੜਾ ਆ ਮੇਰਾ ਜਵਾਈ ਲੱਗਦਾ। ਠੀਕ ਆ, ਮੈਂ ਖੁਦ ਨੰਗੀਆ ਨੰਬਰ ਦਾ ਜੂਨੀਅਰ ਜ਼ਿਲ੍ਹਾ ਜਲੰਧਰ ਪ੍ਰਧਾਨ ਆ, ਲੋਕੀ ਮੈਨੂੰ ਜਾਣਦੇ ਪਹਿਚਾਣਦੇ ਆ। ਇੱਕ ਵੋਟ ਤਾਂ ਕਈ ਕਰਾਮਾਤ ਦਿਖਾ ਸਕਦੀ ਆ। ਜੇ ਮਤਲਬ ਹੁਣ ਇੱਥੇ ਸਵੇਰ ਤੋਂ ਇਦਾਂ ਦੀ ਪ੍ਰੋਸੈਸਿੰਗ ਚੱਲਦੀ ਪਈ ਆ, ਉਹ ਨਵੀਂ ਬੱਚੀ ਆ ਜਿਹਨੇ ਪਹਿਲੀ ਵਾਰੀ ਨਕੀਆ ਆ ਕੇ ਪੋਲਿੰਗ ਏਜੰਟ ਦਾ ਹੋਣ ਦਾ ਆਪਣਾ ਰੋਲ ਅਦਾ ਕੀਤਾ ਹੈਗਾ। ਪਰ ਜਿਹੜੇ ਬੰਦੇ ਸੀਨੀਅਰ ਅੰਦਰ ਬੈਠੇ ਆ, ਉਹਨਾਂ ਦਾ ਪਤਾ ਹੀ ਜੇ ਬੱਚਾ ਕੋਈ ਓਬਜੈਕਸ਼ਨ ਕਰਦਾ ਤਾਂ ਉਸ ਓਬਜੈਕਸ਼ਨ ਉੱਪਰ ਪਹਿਰਾ ਦੇਣ। ਪਰ ਜੇ ਮਤਲਬ ਗੱਲ ਕੱਟੀ ਗਈ ਆ, ਚੱਲ ਕੋਈ ਨਾ ਹੋ, ਕੱਟੀ ਗਈ ਹੈ ਚੱਲ ਕੋਈ ਨਾ ਹੋ, ਉਧਰ ਸੌਂਦਾ ਨੇ ਕਿ ਵੀ ਕਿਤੇ ਨਾ ਕਿਤੇ ਨਕੀਆ ਸਾਰੀ ਪਹਿਲਾਂ ਹੀ ਕੋਈ ਪਲਾਨ ਕੀਤੀ ਗਈ ਆ, ਤਾਂ ਇਹ ਗੱਲ ਸਾਹਮਣੇ ਆਈ ਆ। ਨੂਰਮਹਿਲ ਦੇ ਵਿੱਚ ਜੇ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਤੇ ਮਤਲਬ ਆਉਣ ਵਾਲੇ ਟਾਈਮ ਦੇ ਵਿੱਚ ਬਹੁਤ ਖਤਰਨਾਕ ਚੀਜ਼ ਆ। ਵੀ ਨਾ ਤਾਂ ਨੂਰਮਹਿਲ ਦੇ ਵਿਕਾਸ ਦੀ ਗੱਲ ਕਰੂਗਾ ਕੋਈ, ਜੇ ਅੱਜ ਬੰਦਾ ਜਾਲੀ ਵੋਟਾਂ ਪਵਾ ਰਿਹਾ ਮਤਲਬ ਕੁਛ ਨਾ ਕੁਛ ਫਾਇਦੇ ਕਰਕੇ ਪਵਾ ਰਿਹਾ ਹੋਊਗਾ, ਤੇ ਕੱਲ ਨੂੰ ਉਹ ਫਾਇਦਾ ਜਿਹੜਾ ਹੈ ਲੋਕਾਂ ਦੀ ਜੇਬਾਂ 'ਚੋਂ ਜਾਣਾ। ਪਰ ਇਹ ਲੋਕਾਂ ਨੂੰ ਸਮਝ ਕਿਉਂ ਨਹੀਂ ਆਈ? ਤੁਸੀਂ ਵਿਕਾਸ ਦੀ ਗੱਲ ਕੀਤੀ, ਲੋਕਾਂ ਨੂੰ ਵਿਕਾਸ ਦੀ ਗੱਲ ਕਿਉਂ ਨਹੀਂ ਸਮਝ ਆ ਰਹੀ ਸੀ? ਜਾਲੀ ਵੋਟਾਂ ਪਾਉਣ ਨੂੰ ਤੁਰ ਪੈਂਦੇ ਆ। ਸਰ ਇਹ ਤੁਹਾਡੀ ਜਿਹੜੀ ਗੱਲ ਹੈ ਨਾ ਜੀ, ਇਹ 'ਚ ਬਹੁਤ ਵੱਡਾ ਦਮ ਹੈਗਾ। ਅਸੀਂ ਤਾਂ ਜਦੋਂ ਤੋਂ ਕੰਪੇਨਿੰਗ ਸ਼ੁਰੂ ਕੀਤੀ ਆ, ਲੋਕਾਂ ਨੂੰ ਇਹੀ ਕਹਿ ਰਹੇ ਆ ਭਾਈ ਵਿਕਾਸ ਦੇ ਆਧਾਰ ਤੇ ਤੁਸੀਂ ਜਿਹੜੀ ਵੋਟ ਹੈ ਆਪਣੀ ਪੋਲ ਕਰੋ। ਜਿਹੜਾ ਬੰਦੇ ਦਾ ਪਿਛੋਕੜ ਦੇਖੋ। ਅੱਜ ਵੀ ਅਸੀਂ ਗੱਲ ਇੱਕ ਐਗਜ਼ਾਮਪਲ ਦਿੱਤੀ ਆ ਵੀ ਜਦੋਂ ਆਪਾਂ ਇੱਕ ਛੋਟਾ ਜਿਹਾ ਗੋਭੀ ਦਾ ਫੁੱਲ ਵੀ ਲੈਂਦੇ ਆ ਨਾ ਬਾਜ਼ਾਰੋਂ, ਭਾਵੇਂ ਉਹ 5 ਰੁਪਏ ਦਾ ਕਿਉਂ ਨਾ ਹੋਵੇ, 10 ਰੁਪਏ ਦਾ ਕਿਉਂ ਨਾ ਹੋਵੇ, ਅਸੀਂ ਉਹ ਚਾਰੇ ਪਾਸੇ ਘੁਮਾ ਕੇ ਦੇਖਦੇ ਆ ਵੀ ਨਾ ਕਿ ਵੀ ਇਹ 'ਚ ਕੋਈ ਨੁਕਸਾਨ ਨਹੀਂ ਹੈਗਾ। ਤੇ ਇਹ ਤਾਂ ਸ਼ਹਿਰ ਦੇ ਨਿਰਮਾਣ ਦੀ ਗੱਲ ਆ, ਮੁੜ ਨਿਰਮਾਣ ਦੀ ਗੱਲ ਆ ਵੀ ਬੰਦਾ ਕਿਹੋ ਜਿਹਾ ਲੈ ਮਤਲਬ ਅਸੀਂ ਜਿਹੜਾ ਹੈਗਾ ਕੈਂਡੀਡੇਟ ਚੁਣਨਾ ਆ। ਬਾਕੀ ਜਿਹੜੇ ਸਾਡੇ 3 ਵਾਰਡ ਦੀ ਗੱਲ ਕਰ ਲਓ, ਉਹਦੇ 'ਚ ਜਿਹੜੇ ਚਾਰੇ ਕੈਂਡੀਡੇਟ ਖੜੇ ਆ, ਉਹਨਾਂ ਵਿੱਚ ਝਾਤ ਮਾਰ ਕੇ ਦੇਖੋ ਵੀ ਕਿਹੋ ਜਿਹੇ ਬੰਦੇ ਹੈ ਜਿਹੜੇ ਸਾਡੇ ਇੱਕ ਵਿਅਕਤੀ ਵਿਸ਼ੇਸ਼ ਨੇ ਲੋਕਾਂ ਸਾਹਮਣੇ ਲਿਆ ਕੇ ਪੇਸ਼ ਕੀਤੇ। ਸਾਡੇ ਨੂਰਮਹਿਲ ਦੇ ਨਿਰਮਾਣ ਦੀ ਗੱਲ ਆ, ਉਹਦਾ ਤੁਸੀਂ ਇਤਿਹਾਸ ਦੇਖੋ, ਤੇ ਜਿਹੜੇ ਅਸੀਂ ਕੈਂਡੀਡੇਟ ਪੇਸ਼ ਕੀਤੇ ਆ ਉਹਨਾਂ ਦਾ ਤੁਸੀਂ ਇਤਿਹਾਸ ਦੇਖੋ। ਜੇ ਅਸੀਂ ਜ਼ਿੰਮੇਵਾਰ ਬੰਦੇ ਹੋ ਕੇ ਅਸੀਂ ਗਲਤ ਬੰਦੇ ਲੈ ਕੇ ਅੱਗੇ ਆਵਾਂਗੇ ਤਾਂ ਭਵਿੱਖ ਤਾਂ ਦੇਦਾ ਵੀ ਅਸੀਂ ਚਾਹੁੰਦੇ ਕੀ, ਅਸੀਂ ਕਰਨਾ ਕੀ ਚਾਹੁੰਦੇ ਹੋ। ਮਾਸਕ ਪਹਿਨੇ ਹੋਏ ਆ, ਜੇ ਕੋਈ ਓਬਜੈਕਸ਼ਨ ਕਰਦਾ ਤਾਂ ਸੀਨੀਅਰ ਬੰਦਾ ਕਹਿ ਰਿਹਾ ਵੀ ਨਹੀਂ ਵੀ ਨਹੀਂ ਨਕੀਆ ਕੋਈ ਨਾ, ਇਹ ਤਾਂ ਹੁਣ ਵੋਟ ਪੈ ਗਈ। ਕਿੱਦਾਂ ਪੈ ਗਈ ਵੋਟ? ਤੁਹਾਡੇ ਲਈ ਮਜ਼ਾਕ ਹੋ ਸਕਦਾ, ਸਾਡੀ ਤਾਂ ਇੱਜ਼ਤ ਦਾਅ ਤੇ ਲੱਗੀ ਹੋਈ ਆ। ਤੁਹਾਡੀ ਕੋਈ ਪਲਾਨ ਨਹੀਂ ਹੋ ਸਕਦੀ, ਤੁਹਾਡੀ ਕੋਈ ਸਾਜ਼ਿਸ਼ ਹੋ ਸਕਦੀ ਆ। ਅਸੀਂ ਨਾ ਸਾਜ਼ਿਸ਼ ਕੀਤੀ ਆ, ਨਾ ਕਰਨੀ ਆ, ਨਾ ਕਰਾਂਗੇ। ਸਾਫ਼ ਕੋਈ ਨਾ ਜ਼ਿੰਦਗੀ ਬਤੀਤ ਕੀਤੀ ਆ, ਸਾਫ਼ ਕੋਈ ਨਾ ਕਰਦੇ ਆ, ਤੇ ਜੇ ਲੜਾਈ ਲੜਨੀ ਹੋਈ ਤਾਂ ਲੜਾਂਗੇ। ਹਾਂਜੀ ਸੰਧੂ ਸਾਹਿਬ, ਹੁਣ ਕੀ ਫੈਸਲਾ ਤੁਹਾਡਾ, ਕੀ ਤੁਸੀਂ ਚਾਹੁੰਦੇ ਹੋ? ਹੁਣ ਤੁਸੀਂ ਕੀ ਕਰਨਾ ਹੈਗਾ ਆ? ਜਿਹੜੀ ਹੁਣ ਇਸ ਟਾਈਮ ਜਿਹੜੀ ਕੁੜੀ ਨੂੰ ਅਰੈਸਟ ਕੀਤਾ ਗਿਆ, ਉਹਦੇ ਉੱਤੇ ਕੀ ਕਾਰਵਾਈ ਕਰਨਾ ਚਾਹੁੰਦੇ ਤੁਸੀਂ? ਅਗਰ ਕੀ ਸੋਚ ਕੇ ਚੱਲਦੇ ਤੁਸੀਂ? ਸਰ ਜਿਹੜੀ ਲੜਕੀ ਨੇ ਜਾਲੀ ਵੋਟ ਪਾਈ ਆ, ਉਹ ਜਿਸ ਉਮੀਦਵਾਰ ਨੂੰ ਪਈ ਆ ਜਾਂ ਜਿਸ ਉਮੀਦਵਾਰ ਨੇ ਭੇਜੀ ਆ, ਠੀਕ ਹੈ, ਉਹਦੇ ਦੇ ਇਸ ਗੱਲ ਦਾ ਪੁਲਿਸ ਜਿਹੜਾ ਪ੍ਰਸ਼ਾਸਨ ਹੈਗਾ ਉਹ ਗੱਲ ਨੂੰ ਨਿਤਾਰੇ। ਉਹਦੇ ਖਿਲਾਫ ਇਹ ਨਹੀਂ ਨਾ ਕਿ ਲਿਖਤੀ ਕਾਰਵਾਈ ਕਰਤੀ ਤੇ ਕਹਾਣੀ ਖਤਮ ਹੋ ਗਈ, ਕਿਉਂਕਿ ਇਹ ਸਰ ਕਿਸੇ ਦੀ ਇੱਜ਼ਤ ਨਾਲ ਗੱਲ ਜੁੜੀ ਹੋਈ ਹੁੰਦੀ ਆ। ਇੱਕ ਵੋਟ ਦਾ ਮਸਲਾ ਕੋਈ ਛੋਟੀ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਗੱਲ ਵੀ ਇੰਨੀਆਂ ਵੋਟਾਂ ਜੋ ਤਰੀਕਾ ਸਲੀਕਾ ਸੀ ਉਹ ਅਪਣਾਇਆ ਗਿਆ, ਉਹ ਦਰਸਾਉਂਦਾ ਵੀ ਇਹ ਜਿਹੜਾ ਅੱਜ ਦਾ ਇਲੈਕਸ਼ਨ ਹੈਗਾ ਉਹ ਬਿਲਕੁਲ ਨਕੀਆ ਫੇਕ ਆ। ਇਹ ਇਲੈਕਸ਼ਨ ਦੁਬਾਰਾ ਹੋਣਾ ਚਾਹੀਦਾ, ਔਰ ਬਿਲਕੁਲ ਜੇ ਦੁਬਾਰਾ ਵੀ ਹੁੰਦਾ ਆ ਤੇ ਜਿਹੜੀ ਪਾਰਦਰਸ਼ਤਾ ਹੈਗੀ ਆ ਉਹ ਸਾਹਮਣੇ ਲਿਆਉਣੀ ਚਾਹੀਦੀ ਆ। ਲੱਗਦਾ ਵੀ ਇਹ ਜਿਹੜਾ ਇਲੈਕਸ਼ਨ ਦੁਬਾਰਾ ਹੋ ਸਕਦਾ ਆ? ਸਰ ਦੇਖੋ ਜੀ, ਮੈਂ ਤੁਹਾਨੂੰ ਦੱਸਿਆ ਵੀ ਅਸੀਂ ਤਾਂ ਲੜਾਈ ਪੂਰੀ ਲੜਾਂਗੇ। ਜੋ ਵੀ ਜਿੰਨੇ ਵੀ ਘਟਨਾਕ੍ਰਮ ਹੋਈ ਆ, ਅਸੀਂ ਆਪਣੇ ਲਾਇਰ ਨਾਲ ਗੱਲ ਕਰਾਂਗੇ, ਹਾਈ ਕੋਰਟ ਵੀ ਜਾਣ ਦੀ ਕੋਸ਼ਿਸ਼ ਕਰਾਂਗੇ। ਪਰ ਜੋ ਕਪਲੇਬਾਜ਼ੀ ਹੋਈ ਆ, ਇਹ ਸਰਾਸਰ ਗਲਤ ਹੈ, ਅਨਿਆਏ ਹੈਗਾ, ਤੇ ਜਿਹੜਾ ਅਨਿਆਏ ਹੈਗਾ ਅਸੀਂ ਚੱਲਾਂਗੇ ਨਹੀਂ। ਹੁਣ ਅਸੀਂ ਗੱਲਬਾਤ ਕਰਦੇ ਹਾਂ ਕੈਂਡੀਡੇਟ ਵਾਰਡ ਨੰਬਰ 3 ਤੋਂ ਉਮੀਦਵਾਰ ਜਿਹੜੇ ਸੀਗੇ ਗੁਰਵਿੰਦਰ ਸੋਖਲ ਜੀ। ਸੋਖਲ ਜੀ, ਕੀ ਹਾਲ ਚਾਲ? ਬਹੁਤ ਵਧੀਆ ਸਰ, ਬਹੁਤ ਵਧੀਆ ਜੀ। ਵੈਸੇ ਮੈਂ ਤੁਹਾਨੂੰ ਇਹ ਤਾਂ ਨਹੀਂ ਪੁੱਛ ਸਕਦਾ ਵੀ ਕਿਵੇਂ ਦੇ ਹਾਲ ਚਾਲ ਨੇ, ਠੀਕ ਹੈ, ਬਟ ਅੱਜ ਲੱਗਦਾ ਹੈ ਵੀ ਥੋੜੇ ਜਿਹਾ ਵੈਸੇ ਡਾਵਾਂਡੋਲ ਤਾਂ ਜ਼ਰੂਰ ਹੋਣਗੇ, ਵੀ ਕਿਉਂਕਿ ਇਦਾਂ ਦੀਆਂ ਜਿਹੜੀਆਂ ਕੋਝੀਆਂ ਹਰਕਤਾਂ ਕਿਤੇ ਨਾ ਕਿਤੇ ਨੁਕਸਾਨ ਤਾਂ ਜ਼ਰੂਰ ਕਰਦੀਆਂ ਨੇ। ਦੇਖੋ, ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਇੱਕ ਕੈਂਡੀਡੇਟ ਇਲੈਕਸ਼ਨ 'ਚ ਆਪਣਾ ਪ੍ਰਚਾਰ ਕਰਦਾ ਜਾਂ ਉਹ ਇਲੈਕਸ਼ਨ 'ਚ ਉਤਰਦਾ ਆ, ਉਹਦਾ ਇੱਕ ਕੁਝ ਖੁਆਬ ਹੁੰਦੇ ਆ, ਸੋਚ ਹੁੰਦੀ ਆ। ਸਾਡਾ ਵੀ ਇੱਕ ਇਹ ਸੀਗਾ ਕਿ ਅਸੀਂ ਸਾਫ਼ ਤਰੀਕੇ ਨਾਲ ਪ੍ਰਚਾਰ ਕਰਨਾ ਹੈ, ਸਾਫ਼ ਤਰੀਕੇ ਦੀ ਛਵੀ ਬਣਾ ਕੇ ਰੱਖਣੀ ਆ, ਔਰ ਸੁਥਰੇ ਤਰੀਕੇ ਨਾਲ ਇਸ ਇਲੈਕਸ਼ਨ ਨੂੰ ਲੜਨਾ ਹੈ। ਜੋ ਅਸੀਂ ਅੱਜ ਤੱਕ 1 ਘੰਟਾ ਪਹਿਲਾਂ ਤੱਕ ਉਹ ਕਾਮਯਾਬ ਸੀਗੇ। ਤਾਂ ਜਦੋਂ ਜਿਹੜਾ ਇੱਕ ਤੁਸੀਂ ਦੇਖਿਆ ਕਿ ਅੱਜ ਥੋੜ੍ਹਾ ਜਿਹਾ ਮਸਲਾ
ਖੜਾ ਹੋ ਗਿਆ ਉਹਦੇ ਤੋਂ ਜ਼ਰੂਰ ਨਿਰਾਸ਼ਾ ਹੋਈ ਆ, ਕਿਉਂਕਿ ਹਾਰ ਜਿੱਤ ਜਿਹੜਾ ਇੱਕ ਸਿਹਰਾ ਬੱਧਾ ਹੋਇਆ ਹਨਾ, ਤੇ ਅਸੀਂ ਉਸ ਚੀਜ਼ 'ਚ ਨਹੀਂ ਪੈਂਦੇ ਹੈਗੇ। ਪਰ ਜਿਹੜੀ ਚੀਜ਼ ਗਲਤ ਆ ਉਹ ਗਲਤ ਆ। ਇੱਥੇ ਲੋਕੀ ਸਹੀ ਨੂੰ ਸਹੀ ਕਹਿ ਲੈਂਦੇ ਆ, ਪਰ ਗਲਤ ਨੂੰ ਗਲਤ ਨਹੀਂ ਕਹਿੰਦੇ। ਜਿਹੜੇ ਮੇਰੇ ਪੋਲਿੰਗ ਏਜੰਟ ਸੀਗੇ ਉਹਨਾਂ ਨੇ ਗਲਤ ਨੂੰ ਗਲਤ ਕਿਹਾ, ਤਾਂ ਸੋ ਤੁਸੀਂ ਦੇਖ ਹੀ ਰਹੇ ਸਾਰੀ ਕਾਰਵਾਈ ਜੋ ਹੋ ਰਹੀ ਹੈ ਅੱਜ। ਬਟ ਫਿਰ ਵੀ ਕਿਤੇ ਨਾ ਕਿਤੇ ਤੁਸੀਂ ਐਜ਼ ਏ ਕੈਂਡੀਡੇਟ ਤੁਸੀਂ ਆਪਣੀ ਇੰਨੀ ਮਿਹਨਤ ਕਰ ਰਹੇ ਹੋ, ਕਾਫੀ ਸਮੇਂ ਤੋਂ ਮਿਹਨਤ ਕਰ ਰਹੇ ਹੋ, ਪਰ ਫਿਰ ਵੀ ਕਿਤੇ ਨਾ ਕਿਤੇ ਜਦੋਂ ਇਦਾਂ ਦੀ ਕੋਈ ਵੀ ਹਰਕਤ ਹੁੰਦੀ ਆ ਤੇ ਦਿਲ ਦਾ ਦੁਖਦਾ ਯਾਰ ਵੀ ਇੰਨੀ ਮਿਹਨਤ ਕਰਕੇ ਅਸੀਂ ਇੱਥੇ ਤੱਕ ਪਹੁੰਚਦੇ ਆ ਤੇ ਕੁਝ ਨਿਕੰਮੇ ਸਿਰਫ ਕੁਛ ਨਾ ਕੁਛ ਚੰਦ ਪੈਸਿਆਂ ਨੂੰ ਲੈ ਕੇ ਜਾਲੀ ਵੋਟਾਂ ਦਾ ਭੁਗਤਾਨ ਕਰ ਦਿੰਦੇ ਨੇ। ਲੱਗਦਾ ਕਿਤੇ ਵੀ ਇਹ ਲੋਕਾਂ ਦੀ ਮੈਂਟੈਲਿਟੀ ਬਿਲਕੁਲ ਖਤਮ ਹੋ ਚੁੱਕੀ ਆ, ਸਿਰਫ ਇੱਕ ਤਾਂ ਸਿਰਫ ਪੈਸਾ ਦਿਖਦਾ ਜਾਂ ਸ਼ਰਾਬ ਦਿਖਦੀ ਆ, ਇਸ ਤੋਂ ਉੱਪਰ ਉਹਨੂੰ ਦਿਖਦਾ ਨਹੀਂ ਕੁਝ ਵੀ। ਮੈਂ ਇੱਥੇ ਇਹ ਕਹਿਣਾ ਚਾਹੂੰਗਾ, ਮੈਨੂੰ ਦੁੱਖ ਆਪਣੇ ਲਈ ਨਹੀਂ ਹੋ ਰਿਹਾ, ਚਾਹੇ ਇਸ ਇਲੈਕਸ਼ਨ ਜਿੱਤੀਏ ਹਾਰੀਏ, ਇਹ 'ਚ ਮੇਰਾ ਕੋਈ ਨਿੱਜੀ ਸਵਾਰਥ ਨਹੀਂ ਨਿਕਲਣਾ। ਮੈਨੂੰ ਜਿਹੜਾ ਦੁੱਖ ਹੋਊਗਾ ਉਹ ਸਿਰਫ ਸ਼ਹਿਰ ਵਾਸੀਆਂ ਲਈ, ਕਿ ਮੈਂ ਆਪਣੇ ਆਪ ਨੂੰ ਸ਼ਹਿਰ ਵਾਸੀਆਂ ਮੂਹਰੇ ਪਰੋਸਣਾ ਚਾਹੁੰਦਾ ਸੀ ਕਿ ਚੰਗੇ ਤਰੀਕੇ ਨਾਲ, ਜੇ ਇਸ ਇਲੈਕਸ਼ਨ 'ਚ ਕੁਛ ਚੰਗਾ ਨਤੀਜਾ ਨਹੀਂ ਆਉਂਦਾ, ਇਹ ਮੇਰੀ ਹਾਰ ਨਹੀਂ ਹੋ ਜਾਣੀ, ਇਹ ਸਾਡੇ ਵਾਰਡ ਦੀ ਜਿਨ੍ਹਾਂ ਨੇ ਚੰਗਾ ਉਮੀਦਵਾਰ ਚੁਣਨ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਦੀ ਹਾਰ ਹੋ ਜਾਣੀ। ਇੱਕ ਗਲਤ ਅੰਸ਼ ਮੂਹਰੇ ਆ ਸਕਦਾ ਹੈ, ਜਿਹਦੇ ਨਾਲ ਕਿ ਫਿਰ ਆਪਾਂ ਪਹਿਲਾਂ ਪਿਛਲੇ 5 ਸਾਲ ਦੇਖਿਆ ਹੀ ਆ, ਵਿਨਾਸ਼ ਹੋਇਆ ਜਿਹੜਾ, ਉਹ ਫਿਰ ਅਗਲੇ 5 ਸਾਲ ਵੀ ਚੱਲਦਾ ਰਹੂਗਾ। ਤੇ ਹਜੇ ਤਾਂ ਸਿਰਫ ਅੱਜ ਵੋਟਾਂ ਦਾ ਭੁਗਤਾਨ ਹੋਇਆ, ਹੋ ਸਕਦਾ 2-4 ਵੋਟਾਂ ਜਾਲੀ ਪੈ ਗਈਆਂ ਹੋਣ, ਹੋ ਸਕਦਾ ਤੁਸੀਂ ਫਿਰ ਵੀ ਕੱਲ ਨੂੰ ਜਿੱਤ ਪ੍ਰਾਪਤ ਕਰੋ। ਠੀਕ ਹੈ, ਐਡੀ ਜਲਦੀ ਮੈਨੂੰ ਲੱਗਦਾ ਹਾਰ ਮੰਨਣ ਦੀ ਲੱਗਦੀ ਲੋੜ ਨਹੀਂ ਸੀਗੀ, ਇਸ ਚੀਜ਼ ਨੂੰ ਕਹਿਣ ਦੀ ਲੋੜ ਨਹੀਂ ਵੀ ਮੈਂ ਤੇ ਹਾਰ ਉਹਨਾਂ ਲੋਕਾਂ ਦੀ ਹੋਏਗੀ। ਮੈਂ ਤੁਹਾਨੂੰ ਇਹ ਕਿਹਾ ਕਿ ਜੇ ਹੁੰਦੀ ਆ, ਮੰਨ ਲਓ ਆਪਾਂ ਨੂੰ ਲੱਗਦਾ ਜੇ ਇੱਕ ਵੋਟ ਗਲਤ ਪਈ ਆ, ਇਹ ਤਾਂ ਉਹ ਵੋਟ ਸੀ ਜਿਹੜੀ ਪਕੜੀ ਗਈ ਹਨਾ, ਇਸ ਤੋਂ ਇਲਾਵਾ ਕਿੰਨੀਆਂ ਪਈਆਂ ਸਾਨੂੰ ਕੋਈ ਗਿਣਤੀ ਨਹੀਂ ਹੈਗੀ। ਕਿਉਂਕਿ ਜਦੋਂ ਮਾਹੌਲ ਹੁੰਦਾ, ਜਦੋਂ ਵੋਟਿੰਗ ਚੱਲਦੀ ਆ, ਲਾਈਨਾਂ ਵਿੱਚ ਬੰਦੇ ਲੱਗੇ ਆ, ਅੰਦਰ ਲਾਈਨਾਂ 'ਚ ਜਾਂਦੇ ਆ, ਇੱਕ ਸਾਰਿਆਂ ਨੂੰ ਕਾਹਲੀ ਜਿਹੀ ਹੁੰਦੀ ਹੈ, ਦਵਾ ਦਵ ਇਹਨੂੰ ਭੁਗਤਾ ਦਈਏ ਵੀ ਨਿਬੜੀਏ ਘਰੇ ਜਾਈਏ, ਸਾਰਿਆਂ ਨੂੰ ਇੱਕ ਕਾਹਲੀ ਜਿਹੀ ਬਚੀ ਰਹਿੰਦੀ ਆ। ਉਹ ਅੰਦਰ ਇਹਨਾਂ ਟਾਈਮਿੰਗ ਹੀ ਨਹੀਂ ਦਿੰਦੇ ਕਿ ਬੰਦੇ ਨੂੰ ਉਹ ਆਰਾਮ ਨਾਲ ਚੈੱਕ ਕਰ ਸਕਣ। ਔਰ ਇੱਕ ਮਾਸਕ ਦਾ ਜਿਹੜਾ ਵਿੱਚ ਅੱਜ ਸੀਗਾ ਵੀ ਮਾਸਕ ਪਾ ਕੇ ਹੀ ਅੰਦਰ ਜਾਣਾ ਆ, ਤੇ ਬਾਹਰ ਅੰਦਰ 3-3 2-2 ਜਾਣੇ ਜਾਂਦੇ ਮਾਸਕ ਪਾ ਕੇ, ਤੇ ਬਾਹਰ 150-150 ਬੰਦਾ ਉਦਾਂ ਹੀ ਖੜਾ ਸੀਗਾ, ਤੇ ਉੱਤੇ ਕਿਸੇ ਦੇ ਕੋਈ ਕਾਰਵਾਈ ਨਹੀਂ ਹੋ ਰਹੀ ਸੀਗੀ। ਮੈਨੂੰ ਇੱਕ ਗੱਲ ਹੋਰ ਦੱਸਿਓ, ਇਲੈਕਸ਼ਨ ਨੂਰ ਮਹਿਲ ਦੇ ਹੁੰਦੇ ਨੇ, ਉਹਦੇ ਵਿੱਚ ਕੋਈ ਵੀ ਜਥੇਬੰਦੀ, ਕੋਈ ਵੀ ਸੰਸਥਾ, ਉਹਦੇ ਵਿੱਚ ਕੋਈ ਵੀ ਧਾਰਮਿਕ ਜਥੇਬੰਦੀਆਂ ਦਾ ਉਹਦੇ ਵਿੱਚ ਜਦੋਂ ਇੰਟਰਫੇਅਰ ਹੁੰਦਾ ਆ, ਠੀਕ ਆ, ਉਹ ਕੀ ਚਾਹੁੰਦੇ ਨੇ ਵੀ ਨੂਰ ਮਹਿਲ ਦੇ ਉੱਤੇ ਆਪਣੀ ਛਵੀ ਬਣਾਉਣਾ ਚਾਹੁੰਦੇ ਨੇ ਵੀ ਹਾਂ ਵੀ ਨੂਰ ਮਹਿਲ ਸਾਡੇ ਹੱਥ ਵਿੱਚ ਹੀ ਰਵੇ ਤੇ ਨੂਰ ਮਹਿਲ ਸਾਨੂੰ ਅਸੀਂ ਕਾਬੂ ਕਰਕੇ ਰੱਖੀਏ ਉਸ ਚੀਜ਼ ਨੂੰ। ਆਖਿਰ ਚਾਹੁੰਦੇ ਕੀ ਨੇ ਲੋਕ, ਇਹ ਚੀਜ਼ਾਂ ਨੂੰ ਆਖਿਰ ਕਰਨਾ ਕਿਉਂ ਚਾਹੁੰਦੇ ਨੇ, ਵੀ ਕਿਸੇ ਨਵੇਂ ਕੈਂਡੀਡੇਟ ਨੂੰ ਮੌਕਾ ਕਿਉਂ ਨਹੀਂ ਦੇਣਾ ਚਾਹੁੰਦੇ ਇਹ? ਦੇਖੋ, ਇਸ ਚੀਜ਼ 'ਚ ਤਾਂ ਮੈਂ ਨਹੀਂ ਕੋਈ ਟਿੱਪਣੀ ਕਰ ਸਕਦਾ ਕਿ ਕੌਣ ਕੀ ਚਾਹੁੰਦਾ ਆ। ਅਸੀਂ ਤਾਂ ਆਪਣਾ ਦੱਸ ਸਕਦੇ ਹਾਂ ਕਿ ਅਸੀਂ ਸਾਫ਼ ਸੁਥਰੇ ਤਰੀਕੇ ਨਾਲ ਇਲੈਕਸ਼ਨ ਕਰ ਰਹੇ ਸੀਗੇ ਜਾਂ ਕੀਤੇ ਆ, ਤੇ ਉਹਦੇ ਵਿੱਚ ਜਿਹੜੀ ਇੱਕ ਚੀਜ਼ ਅਸੀਂ ਪਕੜੀ ਆ, ਅਸੀਂ ਉੱਤੇ ਆਬਜੈਕਸ਼ਨ ਕੀਤਾ ਆ, ਜੋ ਕਿ ਕਿਸੇ ਨੇ ਵੀ ਕੀਤਾ, ਸਾਨੂੰ ਨਹੀਂ ਪਤਾ ਕਿਹਨੇ ਕੀਤਾ ਜਾਂ ਕਿਹਨੇ ਕਰਵਾਇਆ, ਜੋ ਵੀ ਸਾਡੇ ਸਾਹਮਣੇ ਆਇਆ ਅਸੀਂ ਉੱਤੇ ਸਟੈਂਡ ਜ਼ਰੂਰ ਲੈ ਲਿਆ ਔਰ ਲਵਾਂਗੇ। ਜਿਹੜਾ ਕਿ ਦੇਖੋ ਇੱਕ ਵੋਟ ਦਾ ਮਸਲਾ ਨਹੀਂ ਹੈ, ਇਹ ਤਾਂ ਇੱਕ ਉਹੀ ਮੈਂ ਕਹੂੰਗਾ ਦੁਬਾਰਾ ਜਿਹੜੀ ਪਕੜੀ ਗਈ ਆ, ਇਸ ਤੋਂ ਇਲਾਵਾ ਕਿੰਨੀਆਂ ਕੁ ਪੈ ਜਾਂਦੀਆਂ ਉਹਦੀ ਕੋਈ ਗਿਣਤੀ ਨਹੀਂ ਹੋਣੀ, ਕਿਉਂਕਿ ਸਾਰਿਆਂ ਨੂੰ ਹੋੜ ਮਚੀ ਹੁੰਦੀ। ਮੈਂ ਦੁਬਾਰਾ ਕਹਿੰਦਾ ਕਿ ਜਲਦੀ ਚਲੋ ਕੋਈ ਨਹੀਂ, ਬਸ ਹੋ ਗਿਆ ਆਹ ਚੀਜ਼ ਜਿਹੜੀ ਹੋ ਜਾਂਦੀ ਆ। ਇੱਥੇ ਮੈਂ ਕਿਸੇ ਇੱਕ ਧੜੇ ਨੂੰ ਨਹੀਂ, ਕਿਸੇ ਨੂੰ ਵੀ ਜ਼ਿੰਮੇਵਾਰ ਠਹਿਰਾਊਂਗਾ ਜਾਂ ਕੋਈ ਸਾਜ਼ਿਸ਼ ਕਹੂੰਗਾ, ਇਹ ਨਹੀਂ ਮੈਂ ਕਹਿ ਸਕਦਾ ਇੱਥੇ। ਮੈਨੂੰ ਇੱਕ ਗੱਲ ਜ਼ਰੂਰ ਲੱਗਦੀ ਆ ਵੀ ਅਸੀਂ ਸਹੀ ਨੂੰ ਜ਼ਰੂਰ ਸਹੀ ਕਹਿ ਦਿੰਦੇ ਆ, ਪਰ ਗਲਤ ਨੂੰ ਗਲਤ ਕਹਿਣ ਲੱਗੇ ਸਾਨੂੰ ਥੋੜਾ ਜਿਹਾ ਸੰਕੋਚ ਕਰ ਲੈਂਦੇ ਆ ਵੀ ਅਸੀਂ ਗਲਤ ਨੂੰ ਗਲਤ ਨਹੀਂ ਕਹਿਣਾ, ਸਹੀ ਨੂੰ ਅਸੀਂ ਸਹੀ ਕਹਿ ਦਈਏ। ਬਿਲਕੁਲ ਮੰਨਦੇ ਹੋ ਇਸ ਚੀਜ਼ ਨੂੰ? ਬਿਲਕੁਲ ਇਦਾਂ ਹੀ ਹੁੰਦਾ ਆ, ਕਿਉਂਕਿ ਜਿਹੜੇ ਵੀ ਹੈ ਨਾ ਅੰਦਰ ਪੋਲਿੰਗ ਏਜੰਟ ਬੈਠੇ ਆ, ਉਹ ਸਾਰਿਆਂ ਨੂੰ ਜਦੋਂ ਕਿਤੇ ਕੋਈ ਸ਼ੱਕ ਲੱਗਦੀ ਆ, ਉਹ ਉੱਥੇ ਨਹੀਂ ਕਲੈਰੀਫਾਈ ਕਰਦੇ, ਜੋ ਕਿ ਕਰਨਾ ਚਾਹੀਦਾ। ਤੁਹਾਨੂੰ ਮੈਂ ਦੱਸਿਆ ਸਾਡੇ ਜਿਹੜੇ ਅੰਦਰ ਬੈਠੇ ਸੀਗੇ ਪੋਲਿੰਗ ਏਜੰਟ, ਉਹਨਾਂ ਨੇ ਸਟੈਂਡ ਲਿਆ ਆ ਕਿ ਉਹਨਾਂ ਨੇ ਗਲਤ ਨੂੰ ਗਲਤ ਠਹਿਰਾਇਆ ਆ, ਜੇ ਗਲਤ ਆ ਤੇ ਉਹ ਗਲਤ ਹੈਗਾ ਆ, ਉਹਨਾਂ ਨੇ ਦੱਸਿਆ ਇਸ ਚੀਜ਼ ਨੂੰ ਬਖੂਬੀ। ਹੁਣ ਆਖਿਰਕਾਰ ਕੀ ਮੰਗ ਕੀ ਕਰ ਰਹੇ ਹੋ ਤੁਸੀਂ ਪ੍ਰਸ਼ਾਸਨ ਦੇ ਕੋਲੋਂ, ਕੀ ਮੰਗ ਕਰਦੇ ਹੋ? ਜਿਹੜੀ ਕੁੜੀ ਅਰੈਸਟ ਕੀਤੀ ਆ ਉਹਦੇ ਉੱਤੇ ਕੀ ਕਾਰਵਾਈ ਕਰਨਾ ਚਾਹੁੰਦੇ, ਕਿ ਵਾਰਨਿੰਗ ਦੇ ਕੇ ਉਹਨੂੰ ਤੁਸੀਂ ਛੱਡੋਗੇ ਜਾਂ ਕੀ ਕਰੋਗੇ ਤੁਸੀਂ ਉਹਦੇ ਉੱਤੇ? ਦੇਖੋ, ਉਹ ਅਸੀਂ ਤਾਂ ਆਪਣਾ ਜੋ ਵੀ ਕੰਪਲੇਂਟ ਪਾਤੀ ਆ ਜਾਂ ਆਪਣਾ ਜੋ ਵੀ ਕਾਰਵਾਈ ਅਸੀਂ ਕਰਤੀ ਆਪਣੇ ਲੋ, ਉਹ ਜੋ ਕਾਨੂੰਨੀ ਕਾਰਵਾਈ ਬਣਦੀ ਹੋਊਗੀ ਉਹ ਕਾਨੂੰਨ ਆਪੇ ਕਰੇ ਹਨਾ। ਅਸੀਂ ਮੰਗ ਸਿਰਫ ਇੰਨੀ ਰੱਖ ਸਕਦੇ ਹਾਂ ਕਿ ਜਿਹੜੀ ਇਹ VOTING ਹੋਈ ਆ ਇਹਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ, ਕਿ ਇਹਦੇ ਵਿੱਚ ਕੋਈ ਹੋਰ ਵੋਟਾਂ ਤਾਂ ਨਹੀਂ ਗਲਤ ਪਈਆਂ ਸੀ, ਇਹ ਚੀਜ਼ ਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ। ਕਿਉਂਕਿ ਇਹ ਤਾਂ ਇੱਕ ਚੀਜ਼ ਹੋਰ ਵੀ, ਜਿਹੜੀ ਜਾਲੀ ਵੋਟ ਪਈ ਆ ਉਹ ਕਿਹੜੇ ਕੈਂਡੀਡੇਟ ਨੂੰ ਪਈ ਆ, ਇਹ ਵੀ ਜ਼ਰੂਰੀ ਲਾਜ਼ਮੀ ਆ। ਤਾਂ ਹੀ ਪਤਾ ਲੱਗੂਗਾ ਵੀ ਹਾਂ ਵੀ ਕਿਹੜਾ ਕੈਂਡੀਡੇਟ ਜਿਹੜੀਆਂ ਕੋਝੀਆਂ ਹਰਕਤਾਂ ਕਰ ਰਿਹਾ ਆ, ਕੱਲ ਨੂੰ ਜੇਕਰ ਉਹ ਜਿੱਤਦਾ ਵੀ ਆ, ਲੋਕਾਂ ਦਾ ਪਤਾ ਲੱਗ ਜਾਣਾ ਚਾਹੀਦਾ ਨਾ ਵੀ ਹਾਂ ਵੀ ਇਹ ਲੋਕ ਜਾਲੀ ਵੋਟਾਂ ਪਵਾਈਆਂ ਨੇ। ਬਿਲਕੁਲ ਦੇਖੋ, ਇਹੀ ਤਾਂ ਚੀਜ਼ ਆ, ਜਿਹੜੇ ਚਿਹਰੇ ਆ ਨਾ ਉਹ ਮੂਹਰੇ ਆਉਣੇ ਚਾਹੀਦੇ ਆ, ਕਿਉਂਕਿ ਅਸੀਂ 4 ਕੈਂਡੀਡੇਟ ਖੜੇ ਆ, ਅਸੀਂ ਚਾਰਾਂ ਨੇ ਆਪਣਾ ਨੂੰ ਸਾਫ਼ ਹੀ ਦੱਸਣਾ ਆ। ਕਿਸੇ ਨੇ ਆਪਨੇ ਇਹ ਨਹੀਂ ਕਹਿਣਾ ਕਿ ਮੈਂ ਗਲਤ ਹਾਂ ਜੀ, ਕਿਸੇ ਨੇ ਵੀ ਨਹੀਂ ਕਹਿਣਾ, ਖਾਸ ਕਰਕੇ ਚੈਨਲ ਤੇ ਆ ਕੇ ਤਾਂ ਕਦੀ ਨਹੀਂ ਕੋਈ ਕਹੂਗਾ ਹੈਨਾ। ਸੋ ਜਦੋਂ ਜਾਂਚ ਹੋਊਗੀ ਤਾਂ ਓਬਵੀਅਸ ਲੋਕਾਂ ਮੂਹਰੇ ਉਹਦਾ ਵੀ ਚਿਹਰਾ ਸਾਹਮਣੇ ਆਊਗਾ ਕਿ ਇਹ ਬੰਦਾ ਕੌਣ ਸੀਗਾ ਔਰ ਕੌਣ ਇਹ ਕੋਝੀਆਂ ਹਰਕਤਾਂ ਕਰ ਰਿਹਾ। ਲੋਕਾਂ ਨੂੰ ਵੀ ਸਮਝ ਆ ਜਾਊਗੀ ਕਿ ਸਾਡਾ ਕਿੰਨਾ ਕੁ ਭਲਾ ਕਰਦਾ ਹੈਗਾ। ਦੇਖੋ, ਜਿਹਨੇ ਸੱਚੇ ਤਰੀਕੇ ਨਾਲ ਇਲੈਕਸ਼ਨ ਲੜਨੇ ਆ ਉਹਨੂੰ ਕੋਈ ਫਿਕਰ ਨਹੀਂ, ਨਾ ਹਾਰ ਦੀ ਨਾ ਜਿੱਤ ਦੀ। ਜਿਹਦੇ ਜੇਬ 'ਚੋਂ ਪਹਿਲਾਂ ਹੀ 20 ਲੱਖ ਲੱਗਾ ਪਿਆ ਆ ਉਹਨੂੰ ਟੈਨਸ਼ਨ ਪੈਣੀ ਆ।
ਉਹਨੂੰ ਫਿਕਰ ਲੱਗਣਾ ਕਿ ਯਾਰ ਜੇ ਮੈਂ ਨਾ ਜਿੱਤਿਆ ਤੇ ਮੇਰਾ ਤਾਂ ਆ ਵੀ 20 ਲੱਖ ਆ ਜਿਹੜਾ ਬਣਨਾ ਸੀ ਉਹ ਵੀ ਗਿਆ ਹੈਨਾ। ਕਿਉਂਕਿ ਜਿਹੜਾ ਸਾਫ਼ ਸੁਥਰਾ ਤੁਸੀਂ ਮੈਨੂੰ ਦੇਖ ਰਹੇ ਮੈਂ ਨਾਰਮਲ ਖੜਾ, ਹਾਲਾਂਕਿ ਇਹ ਮਸਲਾ ਗੰਭੀਰ ਆ ਹੈਨਾ। ਕੁਝ ਵੀ ਇੱਥੇ ਹੁੰਦਾ ਮੈਂ ਸੈਟੀਸਫਾਈਡ ਆ, ਕੋਈ ਦਿੱਕਤ ਨਹੀਂ। ਹਾਰ ਜਿੱਤ ਮੈਂ ਬਾਰ-ਬਾਰ ਕਹਿੰਦਾ ਇੱਕ ਅਲੱਗ ਚੀਜ਼ ਆ। ਇਹ ਨਹੀਂ ਕਿ ਅੱਜ ਪੋਲਿੰਗ ਹੋ ਗਈ ਜਾਂ ਵੋਟਾਂ ਹੋ ਗਈਆਂ ਮੈਂ ਕਹਿੰਦਾ, ਤੁਸੀਂ ਅੱਗੇ ਵੀ ਇੰਟਰਵਿਊ ਕੀਤੀ ਮੈਂ ਉਹਦੇ ਵਿੱਚ ਵੀ ਇਹੀ ਗੱਲਾਂ ਕੀਤੀਆਂ। ਹਾਰ ਜਿੱਤ ਇੱਕ ਅਲੱਗ ਮੈਟਰ ਹੈ, ਚੱਲੀ ਜਾਣਾ। ਇਹਦਾ ਇਸ ਚੀਜ਼ ਨਾਲ ਕੋਈ ਬਾਲਾ ਨਹੀਂ ਹੈਗਾ, ਲਿੰਕ ਹੈਗਾ। ਲੋਕ ਸਭ ਤੋਂ ਪਹਿਲਾਂ ਲੋਕਡਾਊਨ ਹੁੰਦਾ ਹੈ ਇੰਡੀਆ ਦੇ ਵਿੱਚ, ਤੇ ਉੱਥੇ ਮਾਸਕ ਦੀ ਅਹਿਮ ਭੂਮਿਕਾ ਨਿਭਾਈ ਜਾਂਦੀ ਸੀ। ਜਦੋਂ ਵੀ ਮਾਸਕ ਹੁਣ ਹੌਲੀ ਜਦੋਂ ਕਿ ਸਮਾਂ ਬੀਤਾ ਗਿਆ ਤੇ ਵੋਟਾਂ ਦੇ ਵਿੱਚ ਵੀ ਮਾਸਕ ਨੇ ਇੱਕ ਆਪਣੀ ਅਹਿਮ ਭੂਮਿਕਾ ਨਿਭਾਈ ਹੈ ਲੋਕਾਂ ਦੀ ਪਛਾਣ ਗਵਾਚਣ ਦੇ ਵਿੱਚ, ਲੋਕਾਂ ਦੀ ਪਛਾਣ ਛੁਪਾਉਣ ਦੇ ਵਿੱਚ। ਜੇਕਰ ਨੂਰ ਮਹਿਲ ਦੇ ਵਿੱਚ ਇਦਾਂ ਦੇ ਕੈਂਡੀਡੇਟ ਜਿੱਤਣਗੇ ਜਿਹੜੇ ਕਿ ਵੋਟਾਂ ਨੂੰ ਖਰੀਦ ਕੇ ਵਿਚਾਲੀ ਵੋਟਾਂ ਪਵਾ ਕੇ ਜਿੱਤ ਰਹੇ ਨੇ ਬਾਈ, ਫੇਰ ਤਾਂ ਨੂਰ ਮਹਿਲ ਦਾ ਵਿਕਾਸ ਦਾ ਰੱਬ ਹੀ ਵੱਲ ਹੀ ਹੈ ਜੀ। ਤੁਸੀਂ ਸੋਚਣਾ ਤੁਸੀਂ ਨੂਰ ਮਹਿਲ ਦਾ ਵਿਕਾਸ ਕਿਵੇਂ ਦਾ ਚਾਹੁੰਦੇ ਹੋ, ਕਿਵੇਂ ਦਾ ਕਰਨਾ, ਬਟ ਸਭ ਕੁਝ ਹੁਣ ਇਸ ਟਾਈਮ ਡੱਬਾ ਬੰਦ ਹੋ ਚੁੱਕਾ ਆ। 17 ਤਰੀਕ ਨੂੰ ਫੈਸਲਾ ਪਤਾ ਲੱਗੂਗਾ ਵੀ ਹੁਣ ਇਸ ਟਾਈਮ ਕਿਹਨਾਂ ਦੇ ਹੱਥ ਵਿੱਚ ਇਹ ਬਾਗਡੋਰ ਜਾਂਦੀ ਆ, ਵਿਕਾਸ ਦੇ ਕੰਮਾਂ ਵਾਲਿਆਂ ਦੇ ਵਿੱਚ ਜਾਂਦੀ ਆ ਜਾਂ ਸਿਰਫ ਜਿਹੜੇ ਮੁੱਲ ਖਰੀਦਣ ਵਾਲੇ ਵੋਟਾਂ ਦੇ ਵਿੱਚ ਉਹਨਾਂ ਦੇ ਕੋਲ ਜਾਂਦੀ ਆ। ਤੁਸੀਂ ਬਣੇ ਰਹੋ ਛਣਕਾਟਾ ਟੀਵੀ ਦੇ ਨਾਲ। ਧੰਨਵਾਦ। ਤੁਸੀਂ ਵੇਖ ਰਹੇ ਹੋ ਛਨਕਾਟਾ ਟੀਵੀ ਨਿਊਜ਼।